ਵਾਹਿਗੁਰੂ 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 ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ। ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਨਾਸਨ ਸੂਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਨਾਸਨ ਸੂਏ। ਦੋਹਰਾ ਸੁਣ ਬੇਨਤੀ ਕੋ ਪ੍ਰਭੂ ਗਹੀਰੰ ਹੀਰਿਓ ਜੋਗਤ ਹਾਥ ਵਜੀਰੰ। ਨਿਰਪ ਸੁਤ ਜਥਾ ਨਮਰ ਹੋਏ ਰਹਿਉ। ਕਿਰਪਾ ਨਿਧਾਨ ਕਿਰਪਾ ਕਰ ਕਹਿਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ, ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਉਂਟਾ ਸਾਹਿਬ ਵਿਖੇ ਰੰਗ ਲਾ ਰਹੇ ਹਨ ਔਰ ਬਹੁਤ ਸਾਰੀ ਫੌਜ ਵੀ ਸਤਿਗੁਰਾਂ ਕੋਲੇ ਭਰਤੀ ਹੋ ਗਈ ਹੈ। ਇਹਨਾਂ ਦਿਨਾਂ ਦੇ ਵਿੱਚ ਹੀ ਭੀਮ ਚੰਦ ਨੇ ਆਪਣੇ ਲੜਕੇ ਦੀ ਸ਼ਾਦੀ ਰੱਖੀ ਹੈ, ਵਿਆਹ ਰੱਖਿਆ, ਤੇ ਕੁਦਰਤੀ ਇਹਦਾ ਰਸਤਾ ਵੀ ਜਿਹੜਾ ਹੈ ਉਹ ਪਾਉਂਟਾ ਸਾਹਿਬ ਦੇ ਕੋਲ ਦੀ ਹੋ ਕੇ ਜਾਂਦਾ ਹੈ। ਤੇ ਜਦ ਇਸ ਨੂੰ ਪਤਾ ਲੱਗਿਆ ਕਿ ਸਾਡੇ ਰਸਤੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਇਲਾਕਾ ਵੀ ਆਉਂਦਾ ਹੈ, ਤੇ ਉਹਨਾਂ ਨੇ ਸਾਨੂੰ ਪਤਾ ਨਹੀਂ ਇੱਥੋਂ ਟੱਪਣ ਦੇਣ ਕਿ ਨਾ ਟੱਪਣ ਦੇਣ। ਡਰ ਗਿਆ, ਬਿਨਾਂ ਪੁੱਛਿਆ ਹੀ ਫਿਰ ਇਸ ਵਜ਼ੀਰ ਨੂੰ ਪੁੱਛਣ ਵਾਸਤੇ ਭੇਜਦਾ। ਪਾਤਸ਼ਾਹ ਜੀ ਨੇ ਕਹਿ ਦਿੱਤਾ ਜੇ ਬਹੁਤਾ ਹੀ ਹੰਕਾਰ ਹੈ ਤੇ ਆ ਜਾਣ, ਨਹੀਂ ਤਾਂ ਆਪਦੇ ਹੋਰ ਰਸਤੇ ਟੱਪ ਜਾਣ। ਫਿਰ ਇਹੋ ਹੀ ਸਲਾਹ ਬਣੀ ਵੀ ਆਪਾਂ ਤਾਂ ਲੇਟ ਹੋ ਜਾਾਂਗੇ, ਜਿਹੜਾ ਸਮਾਂ ਰੱਖਿਆ ਫੇਰਿਆਂ ਦਾ ਉਹ ਲੰਘ ਜਾਣਾ ਹੈ। ਆਪਾਂ ਇਕੱਲੇ ਲੜਕੇ ਨੂੰ, ਦੂल्हे ਨੂੰ ਅਤੇ ਵਜ਼ੀਰ ਨੂੰ, ਦੋ ਬੰਦੇ ਨਾਲ ਹੋਰ ਭੇਜ ਦਿੰਦੇ ਹਾਂ ਤੇ ਆਪਾਂ ਹੋਰ ਰਸਤੇ ਚਲੇ ਜਾਂਦੇ ਹਾਂ। ਬਾਕੀ ਸਾਰੇ ਬਰਾਤੀ ਫੌਜਾਂ ਜੋ ਇਕੱਠ ਕੀਤਾ ਸੀ ਭੀਮ ਚੰਦ ਨੇ, ਉਹ ਪੁੱਠੇ ਮੁੜ ਗਏ ਤੇ ਉਸ ਦਾ ਪੁੱਤਰ ਅਤੇ ਵਜ਼ੀਰ ਦੋ ਕੁ ਮਨੁੱਖ ਹੋਰ ਇਸ ਪਾਸੇ ਨੂੰ ਚੱਲੇ ਹੈ। ਪਰ ਸਿੰਘਾਂ ਦਾ ਰਸਤੇ ਤੇ ਪਹਿਰਾ ਲਾਇਆ ਸੀ। ਜਦ ਇਹਨਾਂ ਨੇ ਪਾਲਕੀ ਵਿੱਚ ਆਉਂਦਾ ਲਾੜਾ ਦੇਖਿਆ ਹੈ ਤੇ ਸੋਚਿਆ ਸ਼ਾਇਦ ਪਿੱਛੇ ਬਰਾਤ ਵਾਲੇ ਵੀ ਆਉਂਦੇ ਹੋਣਗੇ। ਇਹਨਾਂ ਨੇ ਪਹਿਲਾਂ ਹੀ ਲਾੜੇ ਨੂੰ ਘੇਰ ਕੇ ਲਾੜੇ ਨੂੰ, ਵਜ਼ੀਰ ਨੂੰ ਅਤੇ ਸਾਰਿਆਂ ਨੂੰ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰ ਪੇਸ਼ ਕੀਤਾ ਹੈ। ਡਰ ਗਿਆ ਵਜ਼ੀਰ ਵੀ ਅਤੇ ਬੱਚਾ ਵੀ ਡਰ ਗਿਆ। ਭੀਮ ਚੰਦ ਦਾ ਪਤਾ ਨਹੀਂ ਹੁਣ ਕੀ ਬਣੇਗੀ। ਔਰ ਸਤਿਗੁਰੂ ਤਾਂ ਦਿਆਲੂ ਕਿਰਪਾਲੂ ਹੈ, ਦਇਆ ਨਿਧ ਹੈ।
ਇਹੋ ਜਿਹਾ ਲੋਕ ਅਗਲਾ ਕੋਈ ਇੱਥੇ ਸੁਭਾਅ ਲੈ ਕੇ ਆਉਂਦਾ ਹੈ, ਗੁਰੂ ਸਾਹਿਬ ਉਸੇ ਤਰ੍ਹਾਂ ਵਰਤਦੇ ਹੈ। ਵਜ਼ੀਰ ਨੇ ਮਾਫੀਆਂ ਮੰਗੀਆਂ, ਮਿੰਨਤਾਂ ਕੀਤੀਆਂ, ਮਹਾਰਾਜ ਸਾਨੂੰ ਲੰਘ ਜਾਣ ਦਿਓ, ਬੱਚੇ ਦੇ ਫੇਰਿਆਂ ਦਾ ਸਮਾਂ ਲੰਘ ਜਾਣਾ ਹੈ। ਇਸ ਕਰਕੇ ਅਸੀਂ ਇੱਧਰ ਦੀ ਚੱਲੇ ਹਾਂ। ਬਾਕੀ ਸਾਰੀ ਬਰਾਤ ਮੁੜ ਗਈ ਆ, ਉਹ ਹੋਰ ਰਸਤੇ ਜਾਵੇਗੀ, ਉਹ ਲੇਟ ਹੋ ਜਾਵੇਗੀ। ਉਹ ਬੱਚਾ ਵੀ ਜਿਹੜਾ ਹੈ ਭੀਮ ਚੰਦ ਦਾ ਲੜਕਾ ਰਾਜਕੁਮਾਰ, ਉਹ ਵੀ ਨਿਮਰਤਾ ਸਹਿਤ ਹੱਥ ਬੰਨ੍ਹ ਕੇ ਬੈਠਾ, ਮੂਹਰੇ ਨੀਵੀਂ ਪਾ ਕੇ। ਤਾਂ ਸਤਿਗੁਰੂ ਪਾਤਸ਼ਾਹ ਦਇਆ ਦੇ ਘਰ ਅਖੀਰ ਕਹਿਣ ਲੱਗੇ, ਚੰਗਾ ਤੁਸੀਂ ਤਾਂ ਜਾਓ, ਪਰ ਭੀਮ ਚੰਦ ਜੀ ਆਉਂਦਾ, ਉਹਨੂੰ ਜ਼ਰੂਰ ਉਸ ਦੇ ਹੰਕਾਰ ਦਾ ਹਿਸਾਬ ਕਿਤਾਬ ਦੱਸਣਾ ਸੀਗਾ। ਭੀਮ ਚੰਦ ਧੋਖੇਬਾਜ਼ ਹੈ, ਝੂਠਾ ਹੈ, ਸਾਡੀ ਲੜਾਈ ਉਹਦੇ ਨਾਲ ਹੈ, ਤੁਹਾਡੇ ਨਾਲ ਕੋਈ ਲੜਾਈ ਨਹੀਂ। ਇਉਂ ਸਤਿਗੁਰਾਂ ਨੇ ਦਇਆ ਕਰਕੇ ਉਸ ਬੱਚੇ ਨੂੰ, ਭੀਮ ਚੰਦ ਦੇ ਪੁੱਤਰ ਨੂੰ, ਵਜ਼ੀਰ ਨੂੰ ਅਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਛੱਡ ਦਿੱਤਾ ਹੈ। ਇਹ ਚਲੇ ਜਾਂਦੇ ਹਨ, ਸ਼੍ਰੀਨਗਰ ਪਹੁੰਚਦੇ ਹੈ। ਸਾਰੀ ਬਰਾਤ ਹੋਰ ਰਸਤੇ ਜਾਂਦੀ ਹੈ। ਜਦੋਂ ਨੂੰ ਬਰਾਤ ਜਾਂਦੀ ਹੈ, ਫੇਰੇ ਉਦੋਂ ਪਹਿਲਾਂ ਹੋ ਜਾਂਦੇ ਹਨ। ਇਹ ਵਿਚਾਰਾਂ ਹੁਣ ਅੱਗੇ ਕੀ ਹੋਈਆਂ, ਇਹ ਹੁਣ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ, ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਣ ਬੇਨਤੀ ਕੋ ਪ੍ਰਭ ਗਹੀਰੰ, ਹੀਰਿਓ ਜੋਰਤ ਹਾਥ ਵਜੀਰੰ। ਕਹਿਣ ਲੱਗੇ, ਜਿਸ ਵੇਲੇ ਵਜ਼ੀਰ ਨੇ ਮਿੰਨਤਾਂ ਕੀਤੀਆਂ, ਹੱਥ ਬੰਨੇ ਨਮਸਕਾਰਾਂ ਕਰਦਾ ਹੈ। ਸਤਿਗੁਰਾਂ ਨੇ ਜਦ ਇਸ ਨੂੰ ਇਸ ਤਰ੍ਹਾਂ ਮਿੰਨਤਾਂ ਕਰਦਿਆਂ, ਬੇਨਤੀਆਂ ਕਰਦਿਆਂ ਵੇਖਿਆ ਜੀ, ਨਿਰਪਸਤ ਸਤ ਜਥਾ ਨਮਰ ਹੋਏ ਰਹਿਉ, ਕਿਰਪਾ ਨਿਧਾਨ ਕਿਰਪਾ ਕਰ ਕਹਿਉ। ਜਿਸ ਤਰ੍ਹਾਂ ਰਾਜੇ ਦਾ ਪੁੱਤਰ ਵੀ ਬੜੀ ਨਿਮਰਤਾ ਸਹਿਤ ਨੀਵੀਂ ਪਾ ਕੇ ਬੈਠਾ ਦੇਖਿਆ ਹੈ। ਭੀਮ ਚੰਦ ਦਰੋਹੀ ਜਿਮ ਝੂਠਾ, ਤਿਮ ਜੇ ਕਰਤੇ ਫਿਰਤ ਪੂਠਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਜਿਸ ਤਰ੍ਹਾਂ ਦਾ ਭੀਮ ਚੰਦ ਹੈ, ਜਿਵੇਂ ਉਹ ਪੁੱਠੇ ਕੰਮ ਕਰਦਾ ਫਿਰਦਾ ਹੈ, ਜੇ ਅਸੀਂ ਵੀ ਅੱਜ ਉਸ ਤਰ੍ਹਾਂ ਕਰੀਏ ਜੇ। ਗਏ ਅਬਲੀਤ ਕਰਤ ਜਿਮ ਕਾਖਾ, ਕਹਾਂ ਹੂਤ ਮਗ ਦੁਤੀਏ ਨਾਖਾ। ਔਰ ਫਿਰ ਅਸੀਂ ਅੱਜ ਤੁਹਾਨੂੰ ਫੜ ਕੇ ਰੱਖ ਲਈਏ, ਔਰ ਫਿਰ ਜਿਵੇਂ ਸਾਡੀ ਇੱਛਾ ਹੋਵੇ ਉਵੇਂ ਕਰੀਏ ਜੀ। ਬਿਨ ਦੂਲੋ ਤੇ ਨਿਫਲ ਸਮਾਜਾ, ਕਹਿਤੇ ਕਹਾਂ ਮੇਲ ਘਨ ਰਾਜਾ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਬਿਨ ਦੂਲੋ ਤੇ ਨਿਫਲ ਸਮਾਜਾ, ਜੇ ਅੱਜ ਲਾੜੇ ਨੂੰ ਅਸੀਂ ਨਾ ਪਹੁੰਚਣ ਦਈਏ ਉੱਥੇ ਬਰਾਤ ਦੇ ਵਿੱਚ, ਫਿਰ ਸਾਰਾ ਹੀ ਇਹਨਾਂ ਦਾ ਕੀਤਾ ਹੋਇਆ ਮੇਲ ਗੇਲ ਇਕੱਠ ਵਿਆਹ ਦਾ ਇੰਤਜ਼ਾਮ ਸਭ ਨਿਫਲ ਹੋ ਜਾਣਾ ਜੀ। ਜਾਹੋ ਅਬੈ ਹਮ ਛੂਰਨ ਕਰਿਓ, ਨਿਰਪ ਕਰਤਬ ਕੋ ਔਰ ਨਹਿ ਧਰਿਓ। ਅਸੀਂ ਆਜੇ ਭੀਮ ਚੰਦ ਦੀ ਸਜ਼ਾ ਤੁਹਾਨੂੰ ਨਹੀਂ ਦਿੰਦੇ, ਉਹਦੇ ਕੰਮਾਂ ਨੂੰ ਵੇਖ ਕੇ ਤਾਂ ਤੁਹਾਨੂੰ ਛੱਡਣਾ ਨਹੀਂ ਚਾਹੀਦਾ, ਪਰ ਨਹੀਂ, ਸਾਡਾ ਐਸਾ ਸੁਭਾਅ ਨਹੀਂ ਹੈ, ਤੁਸੀਂ ਚਲੇ ਜਾਓ ਜੀ। ਸੁਣਤ ਵਜ਼ੀਰ ਆਦ ਹਰ ਖਾਏ, ਬਾਰ ਬਾਰ ਬੰਦਹ ਕਰ ਪਾਏ। ਔਰ ਇਸ ਤਰ੍ਹਾਂ ਗੁਰੂ ਦੀ ਕਿਰਪਾ ਦੇਖ ਕਰਕੇ, ਦਿਆਲਤਾ ਦੇਖ ਕਰਕੇ ਵਜ਼ੀਰ ਅਤੇ ਗੁਰੂ ਪਿਆਰੋ ਸਾਰੇ ਕਹਿੰਦੇ ਬੜੇ ਖੁਸ਼ ਹੋਏ ਤੇ ਬਾਰ ਬਾਰ ਮੱਥੇ ਟੇਕਦੇ ਹਨ। ਧੰਨ ਧੰਨ ਗੁਰ ਕੋ ਕਹਿ ਚਾਲੀ, ਮਨੋ ਅੰਮ੍ਰਿਤ ਕਰ ਕਿਰਪਾ ਜਵਾਲੀ। ਔਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਫਤਾਂ ਕਰਦੇ ਜਾਂਦੇ ਐ। ਇੰਨੇ ਖੁਸ਼ ਹੋ ਗਏ ਜਿਵੇਂ ਕਿਸੇ ਦਾ ਮੁਰਦਾ ਜਿਉਂਦਾ ਹੋ ਗਿਆ ਹੋਵੇ, ਨਹੀਂ ਤਾਂ ਮਰ ਹੀ ਗਏ ਸੀ ਅੱਜ। ਅਗਰ ਗੁਰੂ ਸਾਹਿਬ ਚਾਹੁੰਦੇ ਇਹਨਾਂ ਨੂੰ ਰੋਕ ਲੈਂਦੇ ਤੇ ਇਹਨਾਂ ਦਾ ਸਾਰਾ ਸਿਸਟਮ ਵਿਗੜ ਜਾਣਾ ਸੀ, ਪਰ ਗੁਰੂ ਸਾਹਿਬ ਨੇ ਏਦਾਂ ਨਹੀਂ ਕੀਤੀ। ਇਸ ਕਰਕੇ ਖੁਸ਼ੀ ਖੁਸ਼ੀ ਇਹਨਾਂ ਨੂੰ ਤੋੜ ਦਿੱਤਾ ਤੇ ਬੜੇ ਖੁਸ਼ ਹਨ। ਸ੍ਰੀ ਜਮਨਾ ਜਲ ਉਤਰੇ ਪਾਰ, ਗਮਨੇ ਪੰਥ ਸ਼ੀਘਰਤਾ ਤਾਰ। ਫੇਰ ਚੱਕਵੇਂ ਪੈਰੀ ਹੋ ਗਏ, ਤੇਜ਼ੀ ਦੇ ਨਾਲ ਚੱਲ ਪਏ ਹਨ ਗੰਗਾ ਦੇ, ਆਪਣਾ ਜਮਨਾ ਦੇ, ਜਿੱਥੋਂ ਗੁਰੂ ਪਿਆਰੋ ਨੀਵਾਂ ਥਾਂ ਸੀ, ਜਿੱਥੋਂ ਦੀ ਬਣਿਆ ਹੋਇਆ ਸੀ ਲੰਘਣ ਵਾਸਤੇ ਰਸਤਾ, ਉੱਥੋਂ ਇਹਨਾਂ ਨੇ ਕਿਸ਼ਤੀ ਰਾਹੀਂ ਜਮਨਾ ਨੂੰ ਪਾਰ ਕੀਤਾ। ਸ਼੍ਰੀਨਗਰ ਪਹੁੰਚਦੇ ਹਨ। ਗਏ ਉਲੰਘ ਕੈ ਗਿਰਬਨ ਦੇਸ਼, ਪਹੁੰਚੇ ਪੁਰ ਸ਼੍ਰੀਨਗਰ ਵਿਸ਼ੇਸ਼। ਇਸ ਤਰ੍ਹਾਂ ਗੁਰੂ ਪਿਆਰਿਓ ਉਸ ਪਹਾੜੀ ਰਾਜਾ ਭਾ ਫਤਿਹ ਸ਼ਾਹ, ਉਸ ਦੇ ਨਗਰ ਸ਼੍ਰੀਨਗਰ
ਪਹੁੰਚ ਗਏ ਜੀ। ਫਤਿਹ ਸ਼ਾਹ ਨਾਨਕ ਸਭ ਤਿਆਰੀ ਹਿਰਦੈ ਪ੍ਰਤੱਖ ਬਰਾਤ ਹੋਏ ਭਾਰੀ। ਫਤਿਹ ਸ਼ਾਹ ਉਧਰ ਸਾਰੀਆਂ ਤਿਆਰੀਆਂ ਕਰ ਰਿਹਾ। ਫਤਿਹ ਸ਼ਾਹ ਠਾਨਤ ਸਭ ਤਿਆਰੀ। ਫਤਿਹ ਸ਼ਾਹ ਜਿਹੜਾ ਹੈ ਸਾਰੀਆਂ ਤਿਆਰੀਆਂ ਵਿਆਹ ਦੀਆਂ ਕਰੀ ਬੈਠਾ ਹੈ। ਤੇ ਜਦ ਫਤਿਹ ਸ਼ਾਹ ਨੇ ਇਹਨਾਂ ਨੂੰ ਆਪਣੇ ਘਰ ਆਏ ਦੇਖਿਆ ਹੈ ਜੀ। ਦੁੰਦਰ ਆਦ ਬਜੇ ਬਹੁ ਬਾਜੇ ਐ ਗੁਣ ਸੈਲਨ ਕੇ ਰਾਜੇ। ਔਰ ਨਗਾਰਿਆਂ ਤੇ ਚੋਟਾਂ ਲਾਈਆਂ ਬਾਜੇ ਵੱਜਣਗੇ। ਫਤਿਹ ਸ਼ਾਹ ਤਾਂ ਇਉਂ ਉਡੀਕ ਰਿਹਾ ਸੀਗਾ ਵੀ ਜਦ ਬਰਾਤ ਆਵੇਗੀ ਔਰ ਬਹੁਤ ਸਾਰੇ ਲੋਕ ਹੋਣਗੇ ਔਰ ਦੁਨੀਆ ਦੇਖ ਕੇ ਹੈਰਾਨ ਹੋ ਜਾਵੇਗੀ ਕਿ ਫਤਿਹ ਸ਼ਾਹ ਦਾ ਜਿਹੜਾ ਸੰਬੰਧੀ ਹੈ ਬੜਾ ਤਕੜਾ ਬਈ। ਤੇ ਜਿਸ ਵੇਲੇ ਇਸ ਨੇ ਦੇਖਿਆ ਕਿ ਨਾ ਕੋਈ ਬੈਂਡ ਬਾਜਾ ਹੈ, ਨਾ ਕੋਈ ਨਗਾਰੇ ਦਾ ਹੈ ਤੇ ਨਾ ਕੋਈ ਬਰਾਤ ਹੈ, ਉਸੇ ਤਰ੍ਹਾਂ ਸਾਰਾ ਕੁਝ, ਤਾਂ ਹੈਰਾਨ ਹੋ ਗਿਆ ਜੀ। ਅਤ ਸਕੋ ਚਤਵਤ ਬੋ ਭਾਂਤੀ ਅਧਿਕ ਮੇਲ ਯੁਤ ਸੀਤਲ ਸਾਤੀ। ਔਰ ਇਹ ਤਾਂ ਸਮਾਗਮ ਨੂੰ ਲੈ ਕੇ ਬੜਾ ਇੰਤਜ਼ਾਮ ਕਰਕੇ ਬੈਠਾ ਹੈ ਵੀ ਮੇਲ ਗੇਲ ਬਹੁਤ ਆਉਣਾ ਹੈ, ਬਰਾਤੀ ਬਹੁਤ ਆਉਣੇ ਹਨ, ਬੜੀਆਂ ਖੁਸ਼ੀਆਂ ਹੋਣੀਆਂ। ਕਿਉਂਕਿ ਬੰਦੇ ਨੂੰ ਇਹ ਵੀ ਖਿਆਲ ਹੁੰਦਾ ਹੈ ਕਿ ਰਿਸ਼ਤੇਦਾਰ ਜਿਹਦੇ ਤਕੜੇ ਹੋਣ ਤੇ ਬਹੁਤੇ ਇਕੱਠ ਨਾਲ ਆਉਣ, ਅੱਗੋਂ ਵੀ ਸੰਭਾਲਣ ਵਾਲਾ ਅਮੀਰ ਹੋਵੇ ਤਾਂ ਫਿਰ ਉਸ ਨੂੰ ਇਕੱਠ ਜਿਹੜਾ ਹੈ ਵਡਿਆਈ ਦਿੰਦਾ ਹੈ। ਇਤਨੇ ਬਿਖੈ ਵਜ਼ੀਰ ਪਹੁੰਚਾ ਦੇਖਿਓ ਸਭਾ ਥਰਿਓ ਸਭ ਉੱਚਾ। ਗੁਰੂ ਪਿਆਰਿਓ ਇਤਨੇ ਫਤਿਹ ਸ਼ਾਹ ਸਭ ਤੋਂ ਉੱਚਾ ਹੋ ਕੇ ਸਭਾ ਵਿੱਚ ਬੈਠਾ ਉਡੀਕ ਰਿਹਾ ਸੀ ਬਰਾਤ ਨੂੰ, ਆਪਣੇ ਸਾਥੀਆਂ ਵਿੱਚ ਬੈਠਾ। ਤੇ ਜਦ ਉਹਦੇ ਸਾਹਮਣੇ ਕੱਲਾ ਵਜ਼ੀਰ ਗਿਆ ਹੈ। ਸਮਦੀ ਕੋ ਪ੍ਰਧਾਨ ਨਿਹਾਰਿਓ ਨਮੋ ਕਰਤ ਕਹ ਬਹੁ ਸਤਕਾਰਿਓ। ਤੇ ਜਦੋਂ ਇਸ ਨੇ ਆਪਣੇ ਸਮਦੀ ਭਾ ਭੀਮ ਚੰਦ ਦਾ ਵਜ਼ੀਰ ਦੇਖਿਆ ਕੱਲਾ ਆਉਂਦਾ, ਉਹਦਾ ਸਤਕਾਰ ਕੀਤਾ ਹੈ। ਕਹੋ ਸੁਧ ਕਿਤ ਬਰਾਤ ਸਮੁਦਾਈ ਮਾਨ ਪਠਿਓ ਨਾ ਕੋ ਅਗਵਾਈ। ਔਰ ਫਿਰ ਪੁੱਛਦਾ ਫਤਿਹ ਸ਼ਾਹ ਬਰਾਤ ਕਿੱਧਰ ਰਹਿ ਗਈ ਸਾਰੀ, ਤੁਸੀਂ ਪਹਿਲਾਂ ਹੀ ਆ ਗਏ ਤੇ ਮੈਨੂੰ ਕੋਈ ਸੁਨੇਹਾ ਸੱਦਾ ਆਦਿ ਕਿਉਂ ਨਹੀਂ ਦਿੱਤਾ ਜੀ। ਸੁਣ ਵਜ਼ੀਰ ਸਭ ਗਾਥਾ ਕਹੀ ਨਿਕਟ ਬਰਾਤ ਪਹੁੰਚਤ ਨਹੀਂ। ਔਰ ਗੁਰੂ ਪਿਆਰਿਓ ਫਿਰ ਵਜ਼ੀਰ ਨੇ ਸਾਰੀ ਗਾਥਾ ਸਾਰੀ ਗੱਲਬਾਤ ਜੋ ਰਸਤੇ ਵਿੱਚ ਹੋਈ ਹੈ ਇਹ ਫਤਿਹ ਸ਼ਾਹ ਨੂੰ ਦੱਸਣੀ ਕੀਤੀ ਹੈ। ਔਰ ਨਾਲ ਹੀ ਕਹਿਣ ਲੱਗਿਆ ਕੋਈ ਨਹੀਂ, ਬਰਾਤ ਹਜੇ ਨੇੜੇ ਨਹੀਂ ਹੈ, ਬਰਾਤ ਹੋਰ ਸਾਈਡ ਤੋਂ ਆ ਰਹੀ ਹੈ। ਪਰਿਓ ਪੰਥ ਮੈਂ ਬਿਗਨ ਵਿਸਾਲਾ ਕਲੰਗੀ ਧਰ ਰੂਕੀ ਨਿਰਪਜਾਲਾ। ਔਰ ਰਸਤੇ ਵਿੱਚ ਕਲਗੀਧਰ ਜੀ ਦਾ ਇਲਾਕਾ ਆ ਗਿਆ ਹੈ, ਉਹਨਾਂ ਨੇ ਸਾਰਿਆਂ ਨੂੰ ਰੋਕ ਦਿੱਤਾ ਹੈ। ਇਕ ਨਰ ਪੀਨਹਿ ਲੰਘਣ ਦੀਨੋ ਦਵੈਸ ਗਰੇਸ਼ਨ ਸਿਮਰਨ ਕੀਨੋ। ਕਹਿਣ ਲੱਗੇ ਅਸਲ ਦੇ ਵਿੱਚ ਪਹਾੜੀਆਂ ਨੇ ਗੁਰੂ ਘਰ ਦੇ ਨਾਲ ਗੁੱਸਾ ਵਧਾਇਆ ਹੋਇਆ ਹੈ ਤੇ ਉਸ ਈਰਖਾ ਨੂੰ ਯਾਦ ਕਰਕੇ ਸਤਿਗੁਰਾਂ ਨੇ ਪਹਾੜੀਆਂ ਨੂੰ ਰਾਜਿਆਂ ਨੂੰ ਉੱਥੋਂ ਲੰਘਣ ਨਹੀਂ ਦਿੱਤਾ ਜੀ। ਦੀਨ ਹੋਏ ਹਮ ਬੈਨ ਬਖਾਨਿਓ ਨੀਠ ਨੀਠ ਕਰ ਦੁਲਹੁ ਆਨਿਓ। ਫਿਰ ਅਸੀਂ ਮਸਾਂ ਮਿੰਟਾਂ ਕਰਕੇ ਉਹਨਾਂ ਦੀਆਂ ਦੁੱਲੇ ਨੂੰ ਲਾੜੇ ਨੂੰ ਲੰਘਾ ਕੇ ਲੈ ਆਏ ਹਾਂ। ਸਾਹਾ ਸਮੈ ਨਾ ਟਰ ਕਰ ਜਾਈ ਜਾਂ ਤੇ ਪਹੁੰਚੋ ਠਾਨ ਉਪਾਈ। ਅਸੀਂ ਸੋਚਿਆ ਵਿਆਹ ਦਾ ਸਮਾਂ ਲੰਘ ਜਾਣਾ ਹੈ, ਇਸ ਕਰਕੇ ਅਸੀਂ ਕੱਲੇ ਦੁੱਲੇ ਨੂੰ ਕੁਝ ਬੰਦਿਆਂ ਦੇ ਨਾਲ ਲੰਘ ਕੇ ਆਏ ਹਾਂ ਤਾਂ ਕਿ ਵਿਆਹ ਦਾ ਸਮਾਂ ਜਿਹੜਾ ਉਹ ਨਾ ਲੰਘੇ ਜੀ। ਵਹਿਰ ਜਮਾਤਾ ਬੈਠੂ ਆਏ ਸਾਦਰ ਅਨਹੁ ਸਗਨ ਮਨਾਈ। ਤੁਹਾਡਾ ਜਵਾਈ ਬਾਹਰ ਰੋਕਿਆ ਹੋਇਆ, ਤੁਸੀਂ ਉਹਨੂੰ ਸਤਿਕਾਰ ਸਹਿਤ ਅੰਦਰ ਲੈ ਆਓ ਆਪਦੇ ਸ਼ਗਨ ਆਦਿ ਕਰਕੇ। ਸਭ ਗਿਰਨਾਥ ਬਰਾਤ ਬਡੇਰੀ ਗਏ ਦੂਸਰੇ ਮਾਰਗ ਹੇਰੀ। ਬਾਕੀ ਸਾਰੇ ਪਹਾੜੀ ਰਾਜੇ ਸਾਰੀ ਬਰਾਤ ਸਾਰੀ ਫੌਜ ਜਿਹੜੀ ਹੈ ਉਹ ਘੁੰਮ ਕੇ ਦੂਜੇ ਰਸਤੇ ਤੋਂ ਆਉਣਗੇ। ਏਤਕ ਦਿਨ ਮਹਿ ਪਹੁੰਚਹਿ ਆਈ ਤਬ ਕੀਜੈ ਜੈਸੀ ਮਨ ਭਾਈ। ਆਓ ਥੋੜੇ ਦਿਨਾਂ ਵਿੱਚ ਆ ਜਾਣਗੇ, ਫਿਰ ਜਿਵੇਂ ਤੂੰ ਕਰਨਾ ਚਾਹੇ ਕਰ ਲੈਣਾ ਜੀ। ਫਤਿਹ ਸ਼ਾਹ ਸੁਣ ਦਹਿਲਿਓ ਐਸੇ ਸੁਖ ਤੇ ਬਿਰਿਓ ਝੂਟ ਲਗ ਜੈਸੇ। ਔਰ ਗੁਰੂ ਪਿਆਰੋ ਫਤਿਹ ਸ਼ਾਹ ਦਾ ਦਿਲ ਧੜਕ ਗਿਆ, ਦੁਖੀ ਹੋ ਗਿਆ, ਜਿਵੇਂ ਸੁੱਖ ਨਾਲ ਬੈਠੇ ਨੂੰ ਚਾਣ ਚੱਕ ਹੀ
ਚੋਟ ਲੱਗ ਜਾਵੇ। ਬਿਗਨ ਬਿਆ ਮੈਂ ਜਾਣਿਓ ਹੁਵਾ ਆਪਣੇ ਸਚਵਨ ਕੀ ਦਿਸ ਜੂਵਾ। ਔਰ ਸੋਚਿਆ ਕਿ ਇਹ ਤਾਂ ਫਿਰ ਸਾਡੇ ਵਿਆਹ ਦੇ ਵਿੱਚ ਵਿਘਨ ਪਾ ਦਿੱਤਾ ਹੈ, ਫਿਰ ਆਪਣੇ ਵਜ਼ੀਰ ਦੇ ਵੱਲ ਦੇਖਦਾ ਹੈ। ਕਹਿਓ ਜਾਹੂ ਸਭ ਦੁਲਹੁ ਪਾਸ ਆਣਹੁ ਕਰ ਸਨਮਾਨ ਵਾਸ। ਔਰ ਵਜ਼ੀਰ ਨੂੰ ਕਹਿੰਦਾ ਜਾਓ ਭਾਈ ਇਕੱਠੇ ਹੋ ਕੇ ਲਿਆਓ ਦੁੱਲੇ ਨੂੰ ਅੰਦਰ। ਤਿਆਰੀ ਅਪਰ ਸਗਲ ਠਹਿਰਾਵਹੁ ਜਬ ਨਿਰਪਾਵਹਿ ਤਬਹਿ ਸਜਾਵਹੁ। ਔਰ ਬਾਕੀ ਤਿਆਰੀ ਕਰ ਲਓ, ਜਦ ਰਾਜੇ ਪਹੁੰਚਣਗੇ ਬਾਕੀ ਕੰਮ ਫੇਰ ਕਰਾਂਗੇ। ਸੁਣ ਕੇ ਸਭਨ ਮਨ ਮੁਰਝਾਇਓ ਅੰਤఃਪੁਰ ਆਦਿਕ ਬਿਸਮਾਇਓ। ਇਹ ਸੁਣ ਕਰਕੇ ਸਾਰਿਆਂ ਦੇ ਮਨ ਮੁਰਝਾ ਗਏ। ਜਿਹੜੀਆਂ ਖੁਸ਼ੀਆਂ ਸੀ ਵਿਆਹ ਦੀਆਂ ਉਹ ਗੁਰੂ ਪਿਆਰਿਓ ਘਟ ਗਈਆਂ, ਖਤਮ ਹੋ ਗਈਆਂ। ਮਾਨੋ ਅੰਤঃਪੁਰ ਹੁੰਦਾ ਮਹਿਲਾਂ ਦੇ ਵਿੱਚ। ਇਹ ਗੱਲ ਜਿਹੜੀ ਹੈ ਰਾਜੇ ਦੇ ਮਹਿਲਾਂ ਦੇ ਵਿੱਚ ਵੀ ਚਲੀ ਗਈ ਜਦ, ਤੇ ਉਹਨਾਂ ਦੇ ਪਰਿਵਾਰ ਨੂੰ ਵੀ ਜਿਹੜਾ ਹੈ ਬੜਾ ਦੁੱਖ ਹੋਇਆ ਜੀ। ਤਿਆਰੀ ਤੋਰਨਿਆ ਗਮਨੇ ਦੂਲਹ ਆਨਿਓ ਸੁੰਦਰ ਸਦਨ ਬਾਸ ਕੋ ਠਾਨਿਓ। ਔਰ ਤੁਰੰਤ ਹੀ ਜਾ ਕਰਕੇ ਫਿਰ ਬਾਹਰੋਂ ਵਜ਼ੀਰਾਂ ਨੇ ਇਕੱਤਰ ਹੋ ਕਰਕੇ ਜਿੱਥੇ ਦੂਲਹਾ ਖੜਾ ਸੀਗਾ, ਲਾੜਾ ਖੜਾ ਸੀ, ਉਹਨੂੰ ਸਤਕਾਰ ਸਹਿਤ ਅੰਦਰ ਲੈ ਆਂਦਾ ਜੀ। ਪਾਨ ਗ੍ਰਹਿਣ ਕੋ ਸਮੈ ਵਿਚਾਰਾ ਨਿਰਪ ਸੁਤ ਫੇਰੇ ਫਿਰਤ ਸਵਾਰਾ। ਤੇ ਜਿਹੜਾ ਸਮਾਂ ਸੀ ਇਹਨਾਂ ਦਾ ਵਿਆਹ ਦਾ, ਕਿਉਂਕਿ ਇਹਨਾਂ ਨੇ ਕਢਾਇਆ ਹੋਣਾ ਮਹੂਰਤ ਵਗੈਰਾ ਵੀ ਫਲਾਣੇ ਸਮੇਂ ਵਿਆਹ ਹੋ ਜਾਣਾ ਚਾਹੀਦਾ, ਇਸ ਕਰਕੇ ਪਾਨ ਗ੍ਰਹਿਣ ਹੁੰਦਾ ਹੈਗਾ ਗ੍ਰਸਤੀ ਜੀਵਨ ਆਰੰਭ ਕਰਨ ਦਾ ਸਮਾਂ। ਤੋ ਇਸ ਤਰ੍ਹਾਂ ਗ੍ਰਸਤੀ ਜੀਵਨ ਨੂੰ ਆਰੰਭ ਕਰਨ ਦਾ ਸਮਾਂ ਭਾਵ ਫੇਰੇ ਲੈਣ ਦਾ ਸਮਾਂ ਜਦ ਹੋਇਆ ਹੈ ਤੇ ਇਹਨਾਂ ਨੇ ਲੜਕੀ ਦੇ ਫੇਰੇ ਦੇ ਦਿੱਤੇ ਜੀ। ਫਤਿਹ ਸ਼ਾਹ ਕੁਲ ਰੀਤ ਕਰਾਈ ਜਥਾ ਬਿਰਦਨ ਅਰ ਵਿਪਰ ਬਤਾਈ। ਔਰ ਜਿਵੇਂ ਸਿਆਣਿਆਂ ਨੇ ਜਾਂ ਬ੍ਰਾਹਮਣਾਂ ਨੇ ਇਹਨਾਂ ਨੂੰ ਦੱਸਿਆ, ਇਹਨਾਂ ਨੇ ਉਸੇ ਤਰ੍ਹਾਂ ਆਪਣੀ ਕੁਲਾ ਰੀਤ ਕੀਤੀ ਤੇ ਲੜਕੇ ਦਾ ਵਿਆਹ ਜਿਹੜਾ ਹੈ ਕਰ ਦਿੱਤਾ ਜੀ। ਲੈਣ ਦੇਣ ਜੇਤਕ ਬਿਦ ਦੀਨੋ ਫਤਿਹ ਸ਼ਾਹ ਦੋਹੋਂ ਦਿਸ ਕੋ ਕੀਨੋ। ਔਰ ਜੋ ਲੈਣ ਦੇਣ ਕਰਨਾ ਸੀਗਾ ਦੋਨੇ ਦਿਸ਼ਾਵਾਂ ਤੋਂ ਇੱਕ ਦੂਜੇ ਨੂੰ, ਉਹ ਫਿਰ ਵਜ਼ੀਰ ਦੇ ਸਾਹਮਣੇ ਹੀ ਕੀਤਾ ਗਿਆ ਫਤਿਹ ਸ਼ਾਹ ਵੱਲੋਂ। ਪਨ ਆਪਣੇ ਕਰ ਰਾਖਤ ਪਇਓ ਗੁਰੂ ਕਰਮ ਕੋ ਚਤਵਨ ਗਿਓ। ਫਿਰ ਇਸ ਨੇ ਆਪਣੇ ਘਰ ਬੱਚੇ ਨੂੰ ਰੱਖਣਾ ਕੀਤਾ ਹੈ। ਵਜ਼ੀਰ ਨੇ ਜਾ ਕੇ ਦੱਸਿਆ ਨਹੀਂ ਵੀ ਗੱਲ ਕੀ ਹੈ ਚੱਜ ਨਾਲ, ਇਸ ਕਰਕੇ ਇਹਨੇ ਗੁਰੂ ਸਾਹਿਬ ਦੇ ਖਿਲਾਫ ਵੀ ਕਰ ਦਿੱਤਾ ਹੈ। ਤੇ ਗੁਰੂ ਸਾਹਿਬ ਦੇ ਇਸ ਤਰ੍ਹਾਂ ਰੋਕਣ ਨੂੰ ਯਾਦ ਕਰਕੇ ਇਹ ਦੁਖੀ ਹੋਇਆ ਹੈ ਜੀ। ਸਮਦੇ ਸਹਿਤ ਬਰਾਤ ਗਰੇਸ਼ਾ ਕਰਤ ਪ੍ਰਤੀਖਣ ਰਹਿਤ ਹਮੇਸ਼ਾ। ਹੁਣ ਦੂਜਾ ਰਸਤਾ ਬੜਾ ਲੰਮਾ ਸੀ, ਦੂਰ ਦੀ ਪੈਂਦਾ ਸੀਗਾ, ਉਹਨਾਂ ਨੂੰ ਕਈ ਦਿਨ ਲੱਗਣੇ ਸਨ। ਇਸ ਕਰਕੇ ਹੁਣ ਫਤਿਹ ਸ਼ਾਹ ਜਿਹੜਾ ਹੈ ਆਪਣੇ ਸੰਬੰਧੀਆਂ ਨੂੰ, ਆਪਣੇ ਕੁੜਮ ਨੂੰ, ਬਰਾਤ ਨੂੰ ਉਡੀਕਣ ਲੱਗਿਆ ਜੀ। ਨੰਦ ਚੰਦ ਗੁਰ ਪ੍ਰੋਹਤ ਦੋ ਸੁਣਿਓ ਪ੍ਰਸੰਗ ਕਿਸੇ ਤੇ ਸੋਊ। ਤੇ ਜਦੋਂ ਕਹਿੰਦੇ ਭਾਈ ਨੰਦ ਚੰਦ ਤੇ ਦਇਆ ਰਾਮ ਜੀ ਪ੍ਰੋਹਤ, ਜਿਨ੍ਹਾਂ ਨੂੰ ਪਾਤਸ਼ਾਹ ਦਾ ਹੁਕਮ ਸੀ ਕਿ ਜਦੋਂ ਬਰਾਤ ਸਾਰੀ ਪਹੁੰਚ ਜਾਵੇ ਭਾਈ ਫਿਰ ਤੁਸੀਂ ਇਹ ਸਾਰਾ ਸਮਾਨ ਜਿਹੜਾ ਹੈ ਉਹਨਾਂ ਨੂੰ ਵਿਖਾ ਦੇਣਾ ਹੈ ਜੋ ਤੰਬੋਲ ਲੈ ਕੇ ਗਏ ਹਨ। ਤੇ ਜਦੋਂ ਇਹ ਗੱਲ ਸਾਰੀ ਕਿ ਗੁਰੂ ਸਾਹਿਬ ਨੇ ਬਰਾਤ ਲੰਘਣ ਨਹੀਂ ਦਿੱਤੀ ਭੀਮ ਚੰਦ ਦੀ, ਵਿਰੋਧ ਵੱਧ ਗਿਆ ਹੈ, ਤਾਂ ਫਿਰ ਕੀ ਹੋਇਆ? ਬਰਿਓ ਬਖੇਰਾ ਹਿਰਦੈ ਵਿਚਾਰਾ ਇੱਕ ਦਿਨ ਗਏ ਭੂਪ ਕੇ ਦੁਆਰਾ। ਫਿਰ ਤਾਂ ਬਖੇੜਾ ਵੱਧ ਗਿਆ ਹੈ, ਇਹਦਾ ਮਤਲਬ ਗੁੱਸਾ ਵੱਧ ਗਿਆ ਹੈ, ਰੋਸ ਵੱਧ ਗਿਆ ਹੈ, ਰੌਲਾ ਹੀ ਨਾ ਪੈ ਜਾਵੇ। ਸਾਦਰ ਆਪਣੇ ਨਿਕਟ ਬਿਠਾਏ ਦਇਆ ਰਾਮ ਕਹਿ ਬਾਕ ਸੁਣਾਏ। ਤੇ ਫਿਰ ਇੱਕ ਦਿਨ ਇਹਨਾਂ ਦਿਨਾਂ ਦੇ ਵਿੱਚ ਦਇਆ ਰਾਮ ਤੇ ਨੰਦ ਚੰਦ ਗਏ ਫਤਿਹ ਸ਼ਾਹ ਕੋਲ, ਔਰ ਫਤਿਹ ਸ਼ਾਹ ਨੂੰ ਕੋਲ ਬਿਠਾਇਆ ਸਤਕਾਰ ਸਹਿਤ। ਪਠਿਓ ਤੰਬੋਲ ਗੁਰੂ ਪ੍ਰਭ ਜੋਈ ਲੀਜੈ ਆਪ ਹਮ ਤੇ ਸੋਈ। ਕਹਿਣ ਲੱਗਿਆ ਦਇਆ ਰਾਮ ਅਤੇ ਨੰਦ ਚੰਦ ਗੁਰੂ ਕਾ ਵਜ਼ੀਰ ਦੀਵਾਨ, ਕਹਿਣ ਲੱਗਿਆ ਜੋ ਗੁਰੂ ਸਾਹਿਬ ਨੇ ਤੰਬੋਲ ਭੇਜਿਆ ਭਾਈ ਉਹ ਸਾਥੋਂ ਲੈ ਕੇ ਤੁਸੀਂ ਰੱਖ ਲਓ। ਬਹੁਤ ਦਿਨ ਭਾਈ ਯਹਾਂ ਚੱਲ ਆਏ ਦੇ ਕਰ ਤੁਮਕੋ ਚਹਿਤ ਸਦਾਏ। ਸਾਨੂੰ ਵੀ ਹੁਣ ਵਾਪਸੀ ਜਾਣ ਦੀ ਆਗਿਆ ਬਖਸ਼ੋ, ਬਹੁਤ ਦਿਨ ਹੋ ਗਏ ਸਾਨੂੰ ਇੱਥੇ ਆਇਆਂ ਨੂੰ। ਇਹ ਆਪਣੀ ਜਿਹੜੀ ਭੇਟਾ ਗੁਰੂ ਸਾਹਿਬ ਨੇ ਭੇਜੀ ਆ ਰੱਖ ਲਓ ਤੇ ਅਸੀਂ ਚਲੇ ਜਾਈਏ ਜੀ। ਅਧਿਕ ਬਸਨ ਨੀਕੋ ਨ ਬਰਾਨੇ ਨਿਜ ਨਿਜ ਬਲ ਬਸਬੂ ਸਭ ਠਾਨੇ। ਉਸ ਕਰਕੇ ਹੁਣ ਬਾਹਲੇ ਦਿਨ ਅਸੀਂ ਰਹਿ ਵੀ ਨਹੀਂ ਸਕਦੇ,
ਸਭ ਨੂੰ ਆਪੋ ਆਪਣੇ ਥਾਂ ਤੇ ਹੀ ਵਸਣਾ ਚਾਹੀਦਾ ਹੈ। ਤੁਸੀਂ ਆਪਣਾ ਕੰਮ ਕਰੋ ਤੇ ਸਾਨੂੰ ਜਾਣ ਦਿਓ। ਦਇਆ ਰਾਮ ਕੀ ਸੋਹਣੇ ਮਬਾਨੀ, ਫਤਿਹ ਸ਼ਾਹ ਵਿੱਚ ਸਭਾ ਬਖਾਨੀ। ਔਰ ਦਇਆ ਰਾਮ ਦੀ ਇਹ ਗੱਲ ਸੁਣ ਕਰਕੇ ਫਤਿਹ ਸ਼ਾਹ ਸਭਾ ਦੇ ਵਿੱਚ ਇਹ ਗੱਲਬਾਤ ਹੋਈ ਆ। ਕੀ ਕਹਿੰਦਾ ਹੈ? ਲੈਣ ਦੇਣ ਕਾਰਜ ਜਿਸ ਕਾਲਾ, ਸੂ ਤੋ ਨਹੀਂ ਭਇਓ ਦਰਹਾਲਾ। ਤੋ ਲੈਣ ਦੇਣ ਜਿਸ ਤਰ੍ਹਾਂ ਗੁਰੂ ਪਿਆਰੋ ਲੋਕ ਨਿਉਂਦਾ ਪਾਉਂਦੇ ਆ, ਜਾਂ ਜਦੋਂ ਇਕੱਠ ਹੁੰਦਾ ਹੈ ਤੇ ਲੜਕੀ ਵਾਲੇ ਨੂੰ ਕੁਝ ਪੈਸੇ ਸਾਰਿਆਂ ਵੱਲੋਂ ਦਿੱਤੇ ਜਾਂਦੇ ਆ, ਥੋੜੇ ਥੋੜੇ ਕਰਕੇ ਇਹਦੇ ਨਾਲ ਮਦਦ ਵੀ ਹੋ ਜਾਂਦੀ ਹੈ। ਤੇ ਫਿਰ ਅਗਲੇ ਵਾਰੀ ਉਹ ਸਾਰੇ ਪਰਿਵਾਰ ਦੂਜਿਆਂ ਨੂੰ ਮੋੜ ਦਿੰਦੇ ਆ ਜਿਨ੍ਹਾਂ ਤੋਂ ਆਏ ਹੁੰਦੇ ਆ। ਉਹਨੂੰ ਲੈਣ ਦੇਣ ਕਹਿੰਦੇ ਨਾ। ਤਾਂ ਫਤਿਹ ਸ਼ਾਹ ਕਹਿਣ ਲੱਗਿਆ ਲੈਣ ਦੇਣ ਦਾ ਸਮਾਂ ਤਾਂ ਹਜੇ ਆਇਆ ਨਹੀਂ, ਕਿਉਂਕਿ ਦੂਸਰੇ ਰਾਜੇ ਆਏ ਨਹੀਂ। ਸਾਡਾ ਸਿਸਟਮ ਜਿਹੜਾ ਹੈ ਉਹ ਵਿਗੜ ਗਿਆ ਹੈ। ਸਿਮਰਨ ਦਵਾਇਸ਼ ਪ੍ਰਥਮ ਗੁਰ ਕੀਨੇ, ਇਨਸ ਮਗ ਨਿਰਪਨ ਆਵਣ ਦੀਨੇ। ਔਰ ਗੁਰੂ ਗੋਬਿੰਦ ਸਿੰਘ ਨੇ ਪ੍ਰਾਣੀ ਦਵੈਸ਼ ਈਰਖਾ ਨੂੰ ਯਾਦ ਕਰਕੇ ਮੇਰੇ ਕੋੜਮ ਭੀਮ ਚੰਦ ਨੂੰ ਇੱਧਰ ਆਉਣ ਨਹੀਂ ਦਿੱਤਾ ਜੀ। ਜਾਂ ਤੇ ਕੇਤਕ ਦਿਵਸ ਪਿਛਾਰੀ, ਲੈਣ ਦੇਣ ਹੋਏ ਹੈ ਬਿਦਸਾਰੀ। ਤਾਂ ਤੇ ਤੁਸੀਂ ਕੁਝ ਦਿਨ ਹੋਰ ਰੁਕੋ, ਇਤਨੇ ਆ ਜਾਣੀ ਹੈ ਬਰਾਤ ਸਾਰੀ, ਫੇਰ ਲੈਣ ਦੇਣ ਜਿਹੜਾ ਕਰਾਂਗੇ ਫਿਰ ਅਸੀਂ ਤੁਹਾਡਾ ਸਮਾਨ ਵੀ ਲੈ ਲਵਾਂਗੇ। ਦੋਹੇ ਦੇਸ਼ ਤੇ ਨਿਰਪ ਗਨ ਜਬ ਮਿਲੇ, ਕਹੋ ਕਰਹੋਂ ਦਿਖਾਵਣ ਦੇਵਨ ਭਲੇ। ਵਾਕਿਆ ਹੀ ਪਹਿਲਾਂ ਵਿਖਾਵਾ ਕਰਿਆ ਜਾਂਦਾ ਸੀ। ਜੋ ਲੜਕੀ ਨੂੰ ਸਮਾਨ ਦਿੱਤਾ ਜਾਂਦਾ ਸੀਗਾ ਉਹ ਮੰਜਿਆਂ ਦੇ ਉੱਤੇ ਵਿਛਾ ਕਰਕੇ ਦਿਖਾਇਆ ਕਰ ਜਾਂਦਾ ਸੀਗਾ। ਨਾਲ ਨਾਲ ਉਹਦੇ ਇਹ ਵੀ ਦੱਸਿਆ ਜਾਂਦਾ ਸੀਗਾ ਵੀ ਆਹ ਜਿਹੜੀ ਵਸਤੂ ਹੈ ਇਹ ਫਲਾਣੇ ਰਿਸ਼ਤੇਦਾਰ ਨੇ ਦਿੱਤੀ ਹੈ, ਇਹ ਮਾਮੇ ਨਾਨਕੇ ਲੈ ਕੇ ਆਏ ਹਨ, ਇਹ ਭੂਆ ਲੈ ਕੇ ਆਈ ਹੈ, ਇਹ ਦਾਦਕਿਆਂ ਨੇ ਬਣਾਇਆ, ਭਾਈ ਇਹਦੀਆਂ ਸਹੇਲੀਆਂ, ਇਹਦੇ ਰਿਸ਼ਤੇਦਾਰ ਲੈ ਕੇ ਆਏ ਆ। ਤੂੰ ਇਹ ਵਿਖਾਵਾ ਕਰਿਆ ਕਰਦੇ ਸੀਗੇ। ਤਾਂ ਹੁਣ ਵੱਡਿਆਂ ਘਰਾਂ ਦੇ ਵੱਡੇ ਕੰਮ, ਇੱਥੇ ਵਿਖਾਵਾ ਵੀ ਥੋੜਾ ਵੱਡਾ ਹੀ ਹੋਣਾ ਚਾਹੀਦਾ। ਵੱਡਾ ਘਰ ਹੈ ਤਾਂ ਫਤਿਹ ਸ਼ਾਹ ਨੇ ਸੋਚਿਆ ਕਿ ਮੇਰੀ ਇੱਜ਼ਤ ਹੋ ਜਾਵੇਗੀ ਬਹੁਤ ਜ਼ਿਆਦਾ, ਕਿਉਂ ਨਾ ਇਹ ਸਮਾਨ ਮੈਂ ਉਦੋਂ ਹੀ ਲਵਾਂ ਇਹਨਾਂ ਦੇ ਕੋਲੋਂ ਜਦੋਂ ਮੈਂ ਵਿਖਾਵਾ ਕਰਾਂਗਾ ਬਰਾਤ ਦੇ ਵਿੱਚ। ਹਮਰੀ ਯਾਰ ਗੁਰੂ ਕੀ ਵਡਿਆਈ, ਸਭ ਕੇ ਹੀਰਤ ਵਧੈ ਸਵਾਈ। ਜਦੋਂ ਇਹ ਤੰਬੋਲ ਲੱਖ ਰੁਪਏ ਦਾ ਸਮਾਨ, ਸੋਨੇ ਚਾਂਦੀ ਦੇ ਗਹਿਣੇ ਆਦਿ ਸਾਰਿਆਂ ਬਰਾਤੀਆਂ ਰਾਜਿਆਂ ਦੇ ਵਿੱਚ ਇਹ ਦੇਣਗੇ ਵਿਖਾਵਾ ਕਰਦੇ ਹੋਏ, ਤਾਂ ਮੇਰੀ ਵੀ ਵਡਿਆਈ ਹੋਵੇਗੀ ਤੇ ਗੁਰੂ ਦੀ ਵੀ ਵਡਿਆਈ ਹੋਵੇਗੀ। ਅਬ ਥੋੜੇ ਦਿਨ ਮਹ ਚਲ ਆਵੈਂ, ਤੁਮ ਕੇ ਰੁਖਸਤ ਕਰਹਿ ਦਿਖਾਵੈਂ। ਔਰ ਕਹਿਣ ਲੱਗਿਆ ਫਤਿਹ ਸ਼ਾਹ ਬਸ ਕੋਈ ਗੱਲ ਨਹੀਂ, ਨੇੜੇ ਪਹੁੰਚਣ ਵਾਲੀ ਹੋਣੀ ਹੈ ਬਰਾਤ। ਔਰ ਉਹ ਦਿਖਾਵਾ ਕਰਕੇ, ਸਾਰਾ ਵਿਖਾਵਾ ਕਰਕੇ ਸਾਜੋ ਸਮਾਨ ਦਾ ਲੈਣ ਦੇਣ ਦਾ, ਫਿਰ ਤੁਹਾਨੂੰ ਵਿਦਾ ਕਰਾਂਗੇ। ਇਤਿਆਦਕ ਕਹਿ ਕਰ ਸਨਮਾਨੇ, ਰਾਖੋ ਕੰਨੇ ਨਾਹਨ ਬਿਆਨੇ। ਇਸ ਕਰਕੇ ਤੁਸੀਂ ਹਜੇ ਆਪਣੇ ਕੋਲ ਹੀ ਰੱਖੋ ਤੰਬੋਲ, ਤੁਸੀਂ ਹਲੇ ਨਾ ਜਾਓ। ਉਨ ਦੋਨੋਂ ਡੇਰੇ ਨਜ ਆਏ, ਨਿਤ ਸੁਚੇਤ ਹੋਈ ਰਹਿਤ ਸਵਾਏ। ਔਰ ਭਾਈ ਨੰਦ ਚੰਦ ਤੇ ਦਇਆ ਰਾਮ ਦੋਨੇ ਫਿਰ ਇਹ ਗੱਲਬਾਤ ਕਰਕੇ ਵਾਪਸ ਆਪਣੇ ਟਿਕਾਣੇ ਤੇ ਆ ਗਏ, ਜਿੱਥੇ ਇਹ ਸ਼੍ਰੀਨਗਰ ਅਤੇ ਪੌਂਟਾ ਸਾਹਿਬ ਆਉਣ ਵਾਲੇ ਰਸਤੇ ਉੱਤੇ ਰਿਹਾਇਸ਼ ਕੀਤੀ ਹੈ। ਕਾਚੀ ਮਤਨ ਸਕਲ ਪਹਾਰੀ, ਰਾਖੋ ਨਹਿ ਭਰੋਸ ਕੋ ਧਾਰੀ। ਔਰ ਹੁਣ ਆਪਸ ਵਿੱਚ ਸਲਾਹਾਂ ਕਰਦੇ ਹਨ ਨੰਦ ਚੰਦ ਹੋਰੀ, ਦਇਆ ਰਾਮ ਜੀ, ਸਾਰੇ ਸਾਥੀ ਬੈਠ ਕੇ ਕਿ ਇਹ ਕੱਚੀ ਮੱਤ ਵਾਲੇ ਪਹਾੜੀਏ ਹਨ, ਆਪਾਂ ਨੂੰ ਇਹਨਾਂ ਤੇ ਬਹੁਤਾ ਭਰੋਸਾ ਨਹੀਂ ਕਰਨਾ ਚਾਹੀਦਾ। ਐ ਬਖੀਰਾ ਇਨਕੇ ਸੰਗਾ, ਅਸ ਨਾ ਹੋਏ ਪਰ ਜੈ ਹੈ ਜੰਗਾ। ਇਹਨਾਂ ਦੇ ਨਾਲ ਆਪਣੀ ਨਿਭਦੀ ਨਹੀਂ, ਵਿਖੇੜਾ ਪੈ ਗਿਆ ਹੈ। ਕਿਤੇ ਐਸੀ ਗੱਲ ਨਾ ਹੋਵੇ ਇੱਥੇ ਜੰਗੀ ਹੋ ਜਾਵੇ ਦੋਹਰਾ। ਲਗੇ ਧਰ ਰੋਕੇ ਜਬ ਨਿਰਪ ਸੁਤ ਦਿਉ ਪਠਾਏ, ਭੀਮ ਚੰਦ ਸੁਧ ਪਾਏ ਸਾਬ ਔਰ ਪੰਥ ਗਮਨਾਏ। ਤਾਂ ਕਹਿਣ ਲੱਗੇ ਇਹਨਾਂ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਦੇ ਇਹਨਾਂ ਰਾਜਿਆਂ ਨੂੰ ਇੱਥੋਂ ਟੱਪਣ ਤੋਂ ਰੋਕਿਆ ਹੈ ਔਰ ਇਹਨਾਂ ਦੇ ਪੁੱਤਰ ਨੂੰ ਟਪਾ ਦਿੱਤਾ ਹੈ। ਭੀਮ ਚੰਦ ਨੂੰ ਜਦ ਪਤਾ ਲੱਗਿਆ ਤਾਂ ਕਹਿਣ ਲੱਗੇ ਇਹ ਸਾਰੇ ਇਹ ਗੱਲਾਂ ਸੁਣ ਕੇ ਨੰਦ ਚੰਦ ਤੇ ਦਇਆ ਰਾਮ ਹੋਰਿਆਂ ਨੂੰ ਇਹ ਵੀ ਪਤਾ ਲੱਗਿਆ ਵੀ ਲੜਾਈ ਵੀ ਹੋ ਸਕਦੀ ਹੈ। ਕਰਮ ਕਰਮ ਕਰੇ ਉਲੰਘਤ ਆਇਓ, ਪਾਏ ਕਸ਼ਟ ਕਸ ਬਸਨ ਬਸਾਇਓ। ਔਰ ਕਰਮ ਕਰ ਹੁੰਦੇ ਚਲੋ ਚਾਲ ਹੌਲੀ ਹੌਲੀ,
ਪਹਾੜੀ ਰਸਤਿਆਂ ਨੂੰ ਤੈਅ ਕਰਦਾ ਹੋਇਆ ਭੀਮ ਚੰਦ ਬਰਾਤ ਲੈ ਕੇ ਦੂਜੇ ਰਸਤੇ 'ਚੋਂ ਪਹੁੰਚ ਜਾਂਦਾ ਹੈ ਜੀ। ਤਿਸਹੀ ਮਗ ਕੋ ਏਕ ਸੁਦਾਗਰ ਗੁਰ ਕੋ ਸਿਖ ਧਨਵਾਨ ਉਜਾਗਰ। ਉਸ ਰਸਤੇ ਤੋਂ ਕਹਿੰਦੇ ਇੱਕ ਸੁਦਾਗਰ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਵੀ ਸੀਗਾ, ਧਨਵਾਨ ਵੀ ਸੀ, ਧਨੀ ਵੀ ਸੀ, ਤੁਰਿਆ ਜਾ ਰਿਹਾ ਸੀ। ਕਹੈ ਖਰੀਦਨ ਅਸੁ ਕਸ਼ਮੀਰ ਬਲੀ ਅਨੇਕਰ ਪੁਸ਼ਟ ਸਰੀਰ। ਔਰ ਇਸ ਵਪਾਰੀ ਦੇ ਕੋਲੋਂ, ਸੁਦਾਗਰ ਦੇ ਕੋਲੋਂ ਗੁਰੂ ਸਾਹਿਬ ਜੀ ਚੰਗੇ ਚੰਗੇ ਘੋੜੇ ਖਰੀਦਿਆ ਕਰਦੇ ਸਨ। ਇਨ ਸੋ ਬੀਨ ਬੀਨ ਕਰ ਲਿਆਇਓ ਚਾਹਤਾ ਗੁਰ ਟਿਗ ਪਹੁੰਚਾਇਓ। ਤੇ ਹੁਣ ਵੀ ਇਹ 100 ਘੋੜਾ ਚੁਣ ਚੁਣ ਕੇ ਵਧੀਆ ਵਧੀਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਈ ਲੈ ਕੇ ਆਇਆ ਹੈ। ਜਬ ਤਿਸ ਦੇਸ਼ ਵਿਖੇ ਚਲਿਆ ਵਾ ਵਿਆਹ ਪ੍ਰਸੰਗ ਸਕਲ ਪੁਨ ਪਾਵਾ। ਜਦੋਂ ਇਸ ਨੇ ਇਸ ਇਲਾਕੇ ਚੋਂ ਲੰਘਦਿਆਂ ਹੋਇਆਂ ਸੁਣਿਆ ਕਿ ਇੱਥੇ ਪਹਾੜੀਆਂ ਦਾ ਭੀਮ ਚੰਦ ਦੇ ਲੜਕੇ ਦਾ, ਫਤਿਹ ਸ਼ਾਹ ਦੀ ਲੜਕੀ ਦਾ ਵਿਆਹ ਚੱਲ ਰਿਹਾ ਹੈ। ਤਿਸ ਮਗ ਸਤਿਗੁਰ ਦੀਏ ਨਾ ਜਾਨ ਇਤ ਕੋ ਆਵਤ ਕਰਹਿ ਪਿਆਨ। ਤਾਂ ਗੁਰੂ ਪਿਆਰਿਓ ਸਤਿਗੁਰ ਜੀ ਨੇ ਜਾਣਨੋਂ ਬਰਾਤ ਨੂੰ ਉਸ ਰਸਤੇ ਜਾਣ ਨਹੀਂ ਦਿੱਤਾ। ਹੁਣ ਉਹ ਬਰਾਤ ਇਸੇ ਰਸਤੇ ਆ ਰਹੀ ਹੈ ਜਿੱਧਰੋਂ ਇਹ ਵਪਾਰੀ ਘੋੜੇ ਲੈ ਕੇ ਜਾ ਰਿਹਾ ਹੈ। ਹਿਰਦੈ ਵਿਚਾਰਿਓ ਕੁਮਤ ਪਹਾਰੀ ਜੇ ਗੁਰ ਸੰਗ ਦਵੈਸ ਕੋ ਧਾਰੀ। ਤਾਂ ਵਪਾਰੀ ਸੋਚਣ ਲੱਗਿਆ ਇਹ ਪਹਾੜੀਏ ਮਾੜੀ ਮੱਤ ਵਾਲੇ, ਜੇ ਇਹਨਾਂ ਦੀ ਗੁਰੂ ਦੇ ਨਾਲ ਈਰਖਾ ਦਵੈਸ਼ ਵੱਧ ਗਈ ਹੈ, ਓ ਮੁਝ ਸੰਗ ਬਿਗਰ ਕਰ ਜਾਏ ਹਾਏ ਸੀਨੇ ਨਿਜ ਬਲ ਦਿਖਰਾਏ। ਕਿਤੇ ਐਸਾ ਨਾ ਹੋਵੇ ਮੇਰੇ ਨਾਲ ਹੀ ਵਿਗੜ ਜਾਣ ਗੁਰੂ ਕਾ ਸਿੱਖ ਜਾਣ ਕੇ ਔਰ ਮੈਥੋਂ ਘੋੜੇ ਖੋਹ ਲੈਣ। ਨਹਿ ਗੁਰ ਕੇ ਟਿਗ ਪਹੁੰਚਣ ਦੈ ਹੈ ਚਮੂ ਦੇ ਕਸੂ ਬਸ ਨਾ ਬਸਾ ਹੈ। ਹੁਣ ਜਦੋਂ ਬਰਾਤ ਲੈ ਕੇ ਆ ਰਹੇ ਆ ਤੇ ਨਾਲ ਰਾਜੀ ਹੈ ਪਹਾੜੀਏ, ਉਹਨਾਂ ਦੀਆਂ ਫੌਜਾਂ ਵੀ ਬਰਾਤ ਰੂਪ 'ਚ ਹਨ ਤੇ ਮੇਰਾ ਕੋਈ ਵਸ ਨਹੀਂ ਚੱਲਣਾ ਤੇ ਮੈਂ ਘੋੜਿਆਂ ਨੂੰ ਗੁਰੂ ਸਾਹਿਬ ਤੱਕ ਕਿਵੇਂ ਪਹੁੰਚਾਵਾਂਗਾ। ਐਵੇਂ ਵਿਚਾਰ ਕਰ ਕੂਚ ਬਡੇਰੇ ਪਹੁੰਚੋ ਸ੍ਰੀ ਨਗਰ ਕੇ ਨੇਰੇ। ਇਸ ਤਰ੍ਹਾਂ ਬਡੇਰੇ ਕੂਚ ਭਾ ਵੱਡੇ ਪੰਧ ਕਰਦਾ ਹੋਇਆ, ਵੱਡੀਆਂ ਮੰਜ਼ਿਲਾਂ ਮਾਰਦਾ ਹੋਇਆ ਇਹ ਸ਼੍ਰੀਨਗਰ ਦੇ ਨੇੜੇ ਪਹੁੰਚਿਆ ਜੀ। ਤਹਾਂ ਸੁਣੀ ਸਤਿਗੁਰ ਦੀਵਾਨ ਪਠਿਓ ਗੁਰੂ ਕੋ ਉਤਰਿਓ ਆਨ। ਇੱਥੇ ਆ ਕੇ ਵਪਾਰੀ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਗੁਰੂ ਸਾਹਿਬ ਦਾ ਦੀਵਾਨ ਭਾਈ ਆਨੰਦ ਚੰਦ ਔਰ ਗੁਰੂ ਕੇ ਸਿੱਖ ਜਿਹੜੇ ਹਨ ਇੱਥੇ ਆਏ ਹੋਏ ਹਨ ਵਿਆਹ ਵਿੱਚ। ਸੰਗ ਪੰਜ ਸਹਿਜਸ ਅਸਵਾਰ ਦੇਵ ਸੈਨਾ ਬਾਦੀ ਹਥਿਆਰ। ਜਿਨ੍ਹਾਂ ਦੇ ਨਾਲ 500 ਫੌਜ ਵੀ ਆ, ਘੋੜ ਸਵਾਰ, ਤਿਆਰ ਪਰ ਤਿਆਰ, ਸ਼ਸਤਰ ਧਾਰੀ। ਸੁਣਤ ਸੁਦਾਗਰ ਬੰਧਨ ਠਾਨੀ ਧੰਨ ਧੰਨ ਸਤਿਗੁਰਨ ਬਖਾਨੀ। ਔਰ ਇਹ ਸੁਣ ਕਰਕੇ ਸੁਦਾਗਰ ਸਤਿਗੁਰਾਂ ਨੂੰ ਨਮਸਕਾਰ ਕਰਦਾ, ਬੰਦਨਾ ਕਰਦਾ ਆਪਣੇ ਹਿਰਦੇ ਵਿੱਚ ਹੀ ਕਿ ਧੰਨ ਹੈ ਸਤਿਗੁਰੂ, ਤੁਸੀਂ ਆਹ ਤਾਂ ਵਧੀਆ ਬਿਉਂਤ ਬਣਾ ਦਿੱਤੀ ਹੈ। ਹੋ ਸਕਦਾ ਮੇਰੇ ਘੋੜਿਆਂ ਦੀ ਸੰਭਾਲ ਵਾਸਤੇ ਸਿੱਖ ਭੇਜ ਦਿੱਤੇ। ਆਪਣੀ ਵਾਤ ਸੰਭਾਰੋ ਆਪ ਲਖਿਅਤ ਜਤਕਤ ਅਦਕ ਪ੍ਰਤਾਪ। ਤੁਸੀਂ ਵਾਕਿਆ ਹੀ ਆਪਣੀਆਂ ਵਸਤੂਆਂ ਆਪੇ ਸੰਭਾਲਦੇ ਹੋ, ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੇ, ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ ਸੇਵਕ ਕੋ ਨਿਕਟੀ ਹੋਏ ਵਿਖਾਵੈ ਦੇ ਮਹਾਵਾਕ ਅਨੁਸਾਰ। ਇਹ ਵਪਾਰੀ ਸਿਫਤਾਂ ਕਰਦਾ ਹੈ ਕਿ ਤੁਸੀਂ ਆਪਣੀਆਂ ਵਸਤੂਆਂ ਆਪੇ ਹੀ ਲੈ ਲੈਂਦੇ ਹੋ। ਬਯੋਹ ਤੋ ਬੜ ਚਿੰਤਾ ਨਦੀ ਪ੍ਰਾਪਤ ਧੀਰਜ ਤਰਨੀ ਤਦੀ। ਮੈਂ ਤਾਂ ਚਿੰਤਾ ਦੇ ਵਿੱਚ ਬਹਿ ਗਿਆ ਸੀਗਾ, ਚਿੰਤਾ ਵਿੱਚ ਡੁੱਬ ਗਿਆ ਸੀਗਾ ਕਿ ਹੁਣ ਇਹ 100 ਘੋੜਾ ਗੁਰੂ ਸਾਹਿਬ ਵਾਸਤੇ ਲੈ ਕੇ ਆਂਦਾ ਹੈ, ਕਿਤੇ ਰਸਤੇ ਵਿੱਚ ਹੀ ਪਹਾੜੀਏ ਨਾ ਖੋ ਲੈਣ, ਪਰ ਤੁਸੀਂ ਮੈਨੂੰ ਧੀਰਜ ਦੇ ਦਿੱਤਾ ਹੈ ਜੀ। ਕਰੇ ਤੁਰੰਗਮ ਤਿਆਰ ਬਡੇਰੇ ਪਹੁੰਚੋ ਜਾਏ ਸੀ ਗੁਰ ਗੁਰ ਡੇਰੇ। ਔਰ ਇਸ ਨੇ ਘੋੜਿਆਂ ਨੂੰ ਤਿਆਰ ਕੀਤਾ ਹੋਇਆ ਹੈ, ਛੇਤੀ ਦੇ ਨਾਲ ਉੱਥੇ ਪਹੁੰਚਿਆ ਹੈ ਜਿੱਥੇ ਗੁਰੂ ਕੇ ਸਿੱਖ ਭਾਈ ਆਨੰਦ ਚੰਦ ਹੋਰੇ ਉਤਰੇ ਹਨ। ਮਿਲੇ ਪਰਸਪਰ ਬੰਧਨ ਕਰੇ ਕਰੇ ਬਲੋਕਨ ਹੈ ਸਾਤ ਖਰੇ। ਔਰ ਫਿਰ ਆ ਕੇ ਵਪਾਰੀ ਭਾਈ ਆਨੰਦ ਚੰਦ ਹੋਰਾਂ ਨੂੰ ਮਿਲਿਆ ਹੈ ਔਰ ਆ ਕੇ ਉਹਨਾਂ ਨੂੰ ਉਹ 100 ਘੋੜਾ ਜਿਹੜਾ ਹੈ ਲੈ ਕੇ ਆਇਆ ਹੈ, ਦਿਖਾਉਣਾ ਕਰਦਾ ਹੈ ਜੀ। ਖਰੇ ਚਲਾਕ ਮਹਾਬਲ ਭਰੇ ਭਰੇ ਹਰਖ ਬਾਤਨ ਰਸ ਟਰੇ। ਇਸ ਤਰ੍ਹਾਂ ਗੁਰੂ ਪਿਆਰਿਓ
ਦੋਨੇ ਗੱਲਾਂ ਬਾਤਾਂ ਕਰ ਰਹੇ ਹਨ। ਵਪਾਰੀ ਤੇ ਨੰਦ ਚੰਦ ਹੋਰੀ ਸਾਰੇ ਗੱਲਾਂ ਬਾਤਾਂ ਕਰ ਰਹੇ ਆ, ਨਾਲ ਹੀ ਘੋੜਿਆਂ ਨੂੰ ਵੀ ਦੇਖ ਰਹੇ ਹਨ। ਭਲੇ ਭਾਂਤ ਡੇਰਾ ਲਗਵਾਇਓ, ਖਾਣ ਪਾਣ ਕੋ ਦਿੱਕ ਦਵਾਇਓ। ਔਰ ਉਸ ਵਪਾਰੀ ਦੇ ਨਾਲ ਕੁਝ ਬੰਦੇ ਵੀ ਹੋਣਗੇ, ਇਹਨਾਂ ਨੂੰ ਜਲ ਪਾਣੀ ਛਕਾਇਆ ਹੈ, ਆਪਣੇ ਕੋਲ ਹੀ ਡੇਰਾ ਕਰਾਇਆ ਇਹਨਾਂ ਦਾ। ਨਿਜ ਦ੍ਰਿੜਤਾ ਆਛੀ ਕਰਵਾਏ, ਗੁਰ ਪ੍ਰੂਤ ਦਵਾਨ ਸੁਖਦਾਈ। ਔਰ ਭਾਈ ਆਨੰਦ ਚੰਦ ਤੇ ਦਇਆ ਰਾਮ ਹੋਰਾਂ ਨੇ ਇਹਨਾਂ ਦੀ ਸੰਭਾਲ ਕਰ ਰਹੀ ਹੈ। ਦ੍ਰਿੜਤਾ ਦੇ ਨਾਲ, ਤਕੜਾਈ ਦੇ ਨਾਲ ਘੋੜਿਆਂ ਨੂੰ ਸੰਭਾਲ ਲਿਆ ਹੈ। ਭੀਮ ਚੰਦ ਲੈ ਸੰਗ ਨਰਿੰਦਾ, ਪਹੁੰਚੂ ਐ ਸੁਣਿਓ ਜੋ ਨਰਿੰਦਾ। ਇਸ ਤਰ੍ਹਾਂ ਹੌਲੀ ਹੌਲੀ ਫਿਰ ਇਹਨਾਂ ਦਿਨਾਂ ਦੇ ਵਿੱਚ ਭੀਮ ਚੰਦ ਵੀ ਆਪਣੇ ਸਾਥੀ ਬਰਾਤੀਆਂ ਨਾਲ ਸ਼੍ਰੀ ਨਗਰ ਪਹੁੰਚ ਗਿਆ ਹੈ ਜੀ। ਆਪਣ ਮੇਲ ਕੇ ਨਰੈਪ ਸਮੁਦਾਏ, ਲੈ ਪ੍ਰਧਾਨ ਗਇਓ ਸਮੁਹਾਏ। ਔਰ ਹੁਣ ਕੀ ਹੋਇਆ, ਇਹ ਪਹੁੰਚੇ ਹਨ, ਵਜ਼ੀਰ ਨੂੰ ਪਤਾ ਲੱਗਿਆ, ਵਜ਼ੀਰ ਆ ਕੇ ਨਾਲ ਰਲਿਆ ਇਹਨਾਂ ਨੇ, ਔਰ ਇਹਨਾਂ ਨੂੰ ਲੈ ਕੇ ਫਤਿਹ ਸ਼ਾਹ ਦੇ ਨਾਲ ਮਿਲਾਉਂਦਾ ਹੈ ਜੀ। ਸਮਦੀ ਮੇਲ ਭਇਓ ਸੁਖ ਪਾਇਓ, ਕਰਿਓ ਟਿਕਾਓ ਦਰਬ ਬਰਖਾਇਓ। ਔਰ ਫਿਰ ਸੰਬੰਧੀਆਂ ਦਾ ਮੇਲ ਮਿਲਾਪ ਹੋਇਆ, ਜਿਹਨੂੰ ਅਸੀਂ ਮਿਲਣੀ ਕਹਿੰਦੇ ਆ। ਦੋਨੇ ਕੁੜਮ ਇਕੱਠੇ ਹੋਏ, ਭੀਮ ਚੰਦ ਤੇ ਫਤਿਹ ਸ਼ਾਹ, ਔਰ ਇਹਨਾਂ ਦਾ ਇੱਕ ਥਾਂ ਤੇ ਟਿਕਾਓ ਭਾਵ ਉਤਾਰਾ ਕੀਤਾ ਹੈ। ਬਹੁਤ ਸਾਰੀ ਮਾਇਆ ਵੀ ਸਿੱਟੀ ਗਈ, ਵਰਸਾਈ ਗਈ। ਅਨਕ ਬੈਰ ਖਾ ਅਨਕ ਬਰਨ ਕੀ, ਜਗ ਮਗ ਆਤ ਕਰ ਲਗੈ ਤਰਨ ਕੀ। ਔਰ ਨੌਜਵਾਨ ਫੌਜਾਂ, ਬੈਰਕ ਹੁੰਦੇ ਆ ਤੰਬੂ, ਹੁਣ ਫੌਜ ਕਾਫੀ ਆ, ਰਾਜੇ ਕਾਫੀ ਨਾਲ ਹਨ। ਇਹਨਾਂ ਸਾਰਿਆਂ ਦੇ ਅਲੱਗ-ਅਲੱਗ ਟਿਕਾਣੇ ਕਰਵਾ ਦਿੱਤੇ। ਜਗਮਗ ਜਗਮਗ ਹੋ ਰਹੀ ਹੈ, ਜੋ ਵਿਆਹ ਦੇ ਵਿੱਚ ਲਾਈਟਾਂ ਆਦਿ ਜਾਂ ਦੀਵੇ ਲਾਲਟੈਨਾਂ ਆਦਿ ਉਹਨਾਂ ਸਮਿਆਂ ਵਿੱਚ ਜਗਾਈਆਂ ਜਾਂਦੀਆਂ ਸਨ, ਉਹ ਜਗਾਉਣੇ ਕੀਤੇ ਜੀ। ਨਿਜ ਕੁਲ ਰੀਤ ਕਰੀ ਦਿਸ ਦੂਏ ਨਾ, ਬਾਜਤ ਬਾਜ ਸੁਣਤ ਬਚ ਕੂਏ ਨਾ। ਇਸ ਤਰ੍ਹਾਂ ਹੁਣ ਜੋ ਕੁੱਲਾ ਰੀਤਾਂ ਕਰਨ ਵਾਲੀਆਂ ਸੀ ਵਿਆਹ ਦੇ ਵਿੱਚ, ਬੇਦਾ ਰੀਤਾਂ ਕੁੱਲਾ ਰੀਤਾਂ ਦੋਨਾਂ ਸਾਈਡਾਂ ਤੋਂ ਹੋਈਆਂ, ਬਾਜੇ ਵੱਜੇ, ਵਿਆਹ ਹੋਣ ਲੱਗਿਆ ਪੂਰਾ। ਸਿਫਤ ਕਰਾਏ ਜੋ ਪੁਰ ਜਨ ਬਾਜੇ, ਚਾਹੀਅਤ ਵਸਤੂ ਕਰੇ ਸੋ ਪਾਸੇ। ਤਾਂ ਸਾਰਿਆਂ ਨੂੰ ਸ਼ੇਵਰ ਭਾਵ ਠਿਕਾਣਾ ਕਰਵਾ ਦਿੱਤਾ ਹੈ। ਪਹਿਲਾਂ ਮਿਲਣੀ ਗਿਲਣੀ ਹੋਈ ਆ, ਫਿਰ ਇਹਨਾਂ ਨੂੰ ਉਤਾਰਾ ਕਰਵਾ ਦਿੱਤਾ ਹੈ। ਔਰ ਫਿਰ ਜੋ ਸ਼ਕਲ ਛਕਾਉਣ ਲਈ, ਜੋ ਸਰੀਰਕ ਸਹੂਲਤ ਵਾਸਤੇ ਵਸਤੂ ਚਾਹੀਦੀ ਸੀ, ਉਹ ਫਤਿਹ ਸ਼ਾਹ ਨੇ ਇਹਨਾਂ ਦੇ ਕੋਲ ਭੇਜੀ ਹੈ। ਨਾਨਾ ਬਿੰਜਨ ਕਰੇ ਪਰੋਸਣ, ਭਖ ਭੋਜ ਲਹਿਜਾਰ ਚੂਸਣ। ਔਰ ਤਰ੍ਹਾਂ ਤਰ੍ਹਾਂ ਦੇ 36 ਪ੍ਰਕਾਰ ਦੇ ਭੋਜਨ ਜੋ ਤਿਆਰ ਕੀਤੇ ਹਨ, ਇਹਨਾਂ ਨੂੰ ਦੇਣੇ ਕੀਤੇ, ਔਰ ਇਹਨਾਂ ਨੇ ਛਕਣੇ ਕੀਤੇ, ਔਰ ਅੰਬ ਆਦਿ ਵੀ ਚੂਸਣ ਵਾਲੇ ਦੇਣੇ ਕੀਤੇ ਹਨ। ਦੋ ਦਸ ਦਿਓ, ਦੋ ਦਸ ਦਿਏ ਲਾਗ ਮਨ ਪਾਏ, ਇਸ ਬਿਦ ਕੀਤਕ ਦਿਵਸ ਬਤਾਏ। ਔਰ ਦੋਨਾਂ ਪਾਸਿਆਂ ਤੋਂ ਲਾਗੀਆਂ ਨੂੰ ਮਨ ਭਾਉਂਦਾ ਲਾਗ ਵੀ ਦਿੱਤਾ ਗਿਆ। ਇਉਂ ਖੁਸ਼ੀਆਂ ਮਨਾਉਂਦੇ ਰਹਿਣ ਲੱਗੇ, ਦਿਨ ਬਤੀਤ ਹੋਣ ਲੱਗੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਵਿਆਹ ਜਿਹੜੇ 15-15 ਦਿਨ ਚੱਲਿਆ ਕਰਦੇ ਸਨ। ਤਾਂ ਇਸ ਤਰ੍ਹਾਂ ਸਮਾਂ ਬਤੀਤ ਹੋਣ ਲੱਗਿਆ ਜੀ। ਉਨ ਦਾਇਜ ਕੋ ਕਾਨ ਕੀਨ ਦਿਖਾਵਨ, ਵਸਤਰ ਭੂਖਣ ਬਹੁ ਮਨ ਭਾਵਨ। ਔਰ ਹੁਣ ਆਇਆ ਵਿਦਾਗੀ ਦਾ ਸਮਾਂ, ਜਿਹੜਾ ਗੁਰੂ ਪਿਆਰਿਓ, ਵਿਦਾਗੀ ਤੋਂ ਪਹਿਲਾਂ ਵਿਖਾਵਾ ਕੀਤਾ ਜਾਂਦਾ ਹੈ, ਦਾਜ ਜੋ ਲੜਕੀ ਨੂੰ ਦਿੱਤਾ ਜਾਂਦਾ ਹੈ, ਜਿਹਦੇ ਵਿੱਚ ਪਰਿਵਾਰ ਵੱਲੋਂ ਜੋ ਤਿਆਰੀ ਹੁੰਦੀ ਹੈ ਉਹ ਤਾਂ ਹੁੰਦੀ ਹੈ, ਰਿਸ਼ਤੇਦਾਰਾਂ ਵੱਲੋਂ, ਮਿੱਤਰਾਂ ਦੋਸਤਾਂ ਵੱਲੋਂ, ਸਕੇ ਸੰਬੰਧੀਆਂ ਵੱਲੋਂ ਜੋ ਸਮਾਨ ਲਿਆਂਦਾ ਜਾਂਦਾ ਹੈ, ਉਹ ਵੀ ਮੰਜਿਆਂ ਤੇ ਵਿਛਾ ਕੇ ਰੱਖ ਕਰਕੇ ਸਾਰੇ ਪਰਿਵਾਰ ਨੂੰ, ਮੇਲ ਗੇਲ ਨੂੰ ਅਤੇ ਬਰਾਤੀਆਂ ਨੂੰ ਵਿਖਾਇਆ ਜਾਂਦਾ ਹੈ। ਹੁਣ ਉਹ ਸਮਾਂ ਆਇਆ ਹੈ। ਹਾਥੀ ਹਨ ਸਾਜ ਸੰਗਾਰੇ, ਭਾਵਨ ਧਰੇ ਅਨੇਕ ਪ੍ਰਕਾਰੇ। ਔਰ ਇਸ ਵਿਆਹ ਦੇ ਵਿੱਚ ਹਾਥੀ ਹੈ ਹੁੰਦੇ ਆ, ਘੋੜੇ ਸ਼ਿੰਗਾਰ ਕਰਕੇ ਜੋ ਦਾਜ ਵਿੱਚ ਦੇਣੇ ਕੀਤੇ ਹਨ, ਉਹ ਵੀ ਲਿਆ ਕੇ ਖੜਾ ਦਿੱਤੇ। ਦਇਆ ਰਾਮ ਸਤਿਗੁਰੂ ਦੀਵਾਨ, ਤਸਨ ਤਹ ਪਹੁੰਚੇ ਬੁੱਧਵਾਨ। ਔਰ ਦਇਆ ਰਾਮ ਤੇ ਆਨੰਦ ਚੰਦ, ਇਹ ਵੀ ਜਿਹੜੇ ਸਨ ਗੁਰੂ ਕੇ ਵੱਲੋਂ ਜੋ 1.25 ਲੱਖ ਦਾ ਤੰਬੋਲ ਭੇਜਿਆ ਸਤਿਗੁਰਾਂ ਵੱਲੋਂ, ਉਹ ਲੈ ਕਰਕੇ ਪਹੁੰਚ ਗਏ ਜੀ। 1.25 ਲੱਖ ਕੋ ਲੈ ਤੰਬੂਲ, ਤਸ ਪਰ ਲਗਿਓ ਦਰਬ ਬਹੁ ਮੂਲ। ਔਰ 1.25 ਲੱਖ ਦਾ ਤੰਬੋਲ ਜੀ ਤੇ ਬੜਾ ਖਰਚਾ ਹੋਇਆ ਹੈ, ਜਿਸ ਦੇ ਵਿੱਚ ਬੇਅੰਤ ਕੀਮਤੀ ਭੇਟਾਵਾਂ ਵਸਤੂਆਂ ਇਹ ਲੈ ਕਰਕੇ ਆਨੰਦ ਚੰਦ ਅਤੇ
ਦਇਆ ਰਾਮ ਆ ਗਏ ਉਸ ਵਿਖਾਵੇ ਦੇ ਸਮੇਂ। ਜਿਹ ਬੈਠਿਉ ਰਾਜਨ ਸਮੁਦਾਇ ਦੁਹੂ ਦਿਸ਼ਨ ਕੈ ਸੈਲਨ ਰਾਏ। ਔਰ ਹੁਣ ਵਿਖਾਵਾ ਕੀਤਾ ਜਾ ਰਿਹਾ, ਸਾਰਾ ਸਮਾਨ ਵਿਛਾਇਆ ਪਿਆ ਮੰਜਿਆਂ ਦੇ ਉੱਤੇ, ਵਿਹੜੇ ਦੇ ਵਿੱਚ, ਖੁੱਲੇ ਥਾਂ ਦੇ ਵਿੱਚ। ਔਰ ਗੁਰੂ ਪਿਆਰੋ ਰਾਜੇ ਦੋਨੇ ਪਾਸਿਆਂ ਦੇ ਬੈਠੇ ਹਨ ਕੁਰਸੀਆਂ ਤੇ। ਦਸ਼ੇ ਫਰਸ ਪਰ ਵਸਤੂ ਨਾਨਾ ਪ੍ਰਥਕ ਪਰਥਕ ਧਰ ਧਰ ਤੇ ਸਥਾਨਾ। ਔਰ ਕੱਲੀਆਂ ਕੱਲੀਆਂ ਵਸਤੂਆਂ ਰੱਖ ਦਿੱਤੀਆਂ ਹਨ ਫਰਸ਼ ਉੱਤੇ, ਵਿਹੜੇ ਉੱਤੇ, ਧਰਤੀ ਉੱਤੇ ਵਿਛਾ ਕਰਕੇ। ਔਰ ਦੱਸਣ ਲੱਗੇ ਜੀ, ਬਲੀ ਚਪਲ ਸੁੰਦਰ ਸਰਬੰਗ ਕੰਚਨ ਜੀਨ ਤੁਰੰਗਮ ਸੰਗ। ਔਰ ਕੀਮਤੀ ਘੋੜੇ ਚੰਚਲ ਸੁੰਦਰ ਬਲੀ ਸ਼ਿੰਗਾਰ ਕਰਕੇ ਦਿੱਤੇ ਹਨ ਜਿਹੜੇ। ਭਾਵਨ ਹੀਮ ਰਜਤ ਕੇ ਧਰੇ ਭਾਂਜਨ ਹੀਮ ਰਜਤ ਕੇ ਧਰੇ ਤੇ ਆਦਿਕ ਸਭ ਹੀਰਨ ਕਰੇ। ਔਰ ਸੋਨੇ ਦੇ ਭਾਂਡੇ ਕੁਝ ਬੱਚੀ ਨੂੰ ਦੇਣੇ ਕੀਤੇ ਹਨ ਫਤਿਹ ਸ਼ਾਹ ਨੇ, ਉਹ ਵੀ ਵਿਹੜੇ ਵਿੱਚ ਪਏ ਹਨ। ਦ੍ਰਿਸ਼ਟ ਲੱਗੀ ਜਬ ਸਭ ਗਿਰ ਰਾਈ ਭਾਟ ਪਕਾਰ ਤੂਚ ਸੁਣਾਈ। ਭਾਟ ਲਾਗੀ ਨਾਈ ਆਦਿ ਜੋ ਕਿ ਇਹ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਪੁੱਛਦੇ ਆ ਫਿਰ